सब तो ਵੱਡੇ ਮੰਚ ਤੇ ਪੰਜਾਬ ਦੀ ਸਮੁੱਚੀ ਵਜ਼ਾਰਤ ਜਲਦ ਆ ਰਹੇ ਹਨ ਸਿਰਫ ਨਿਊਜ਼ 18 ਪੰਜਾਬ ਤੇ। ਤੇ ਹੁਣ ਗੱਲ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ, ਜਿਹੜੇ ਹੁਣ ਆਪਣੇ ਪੁਰਾਣੇ ਸਾਥੀਆਂ ਦੀਆਂ ਮੁਸ਼ਕਲਾਂ ਵਧਾਉਣ ਦੀ ਤਿਆਰੀ ਕਰ ਰਹੇ ਨੇ। ਕੈਪਟਨ ਜਲਦ ਹੀ ਸੀਐਮ ਮਾਨ ਨੂੰ ਮਿਲਣਗੇ ਤੇ ਆਪਣੇ ਪੁਰਾਣੇ ਸਾਥੀਆਂ ਵੱਲੋਂ ਕੀਤੀਆਂ ਗਈਆਂ ਬੇਨਿਯਮੀਆਂ ਦੀਆਂ ਫਾਈਲਾਂ ਸੀਐਮ ਮਾਨ ਦੇ ਹੱਥ 'ਚ ਫੜਾਉਣਗੇ। ਕੈਪਟਨ ਅਮਰਿੰਦਰ ਸਿੰਘ ਆਪਣੇ ਕੈਬਨਿਟ ਸਾਥੀ ਰਹੇ ਸਾਬਕਾ ਮੰਤਰੀਆਂ ਦੀਆਂ ਪਰਤਾਂ ਖੁੱਲਣ ਜਾ ਰਹੇ ਨੇ। ਕੈਪਟਨ ਦੇ ਨਿਸ਼ਾਨੇ ਤੇ ਕਾਂਗਰਸ ਦੇ ਕੁਝ ਵਿਧਾਇਕ ਵੀ ਨੇ। ਕੈਪਟਨ ਆਪਣੇ ਪੁਰਾਣੇ ਸਾਥੀਆਂ ਦਾ ਇੱਕ ਡੋਜ਼ੀਅਰ ਤਿਆਰ ਕਰ ਰਹੇ ਨੇ। ਕੈਪਟਨ ਆਪਣੇ ਭ੍ਰਿਸ਼ਟ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਸੂਚੀ ਮੁੱਖ ਮੰਤਰੀ ਮਾਨ ਨੂੰ ਸੌਂਪਣ ਦੀ ਤਿਆਰੀ ਵਿੱਚ ਨੇ। ਜਾਣਕਾਰੀ ਹੈ ਕਿ ਕੈਪਟਨ 6 ਮੰਤਰੀਆਂ ਦੀਆਂ ਫਾਈਲਾਂ ਸੀਐਮ ਮਾਨ ਨੂੰ ਸੌਂਪ ਸਕਦੇ ਨੇ। ਕੁਝ ਵਿਧਾਇਕਾਂ ਦੀ ਲਿਸਟ ਵੀ ਨਾਲ ਦਿੱਤੀ ਜਾ ਸਕਦੀ ਹੈ। ਉਹ ਫਾਈਲਾਂ ਸੀਐਮ ਮਾਨ ਨੂੰ ਸੌਂਪੀਆਂ ਜਾਣਗੀਆਂ ਜਿਨ੍ਹਾਂ ਵਿੱਚ ਇਹਨਾਂ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਜ਼ਿਕਰ ਹੋਵੇਗਾ। L1 ਲਾਇਸੈਂਸ ਲੈਣ ਵਾਲੇ ਅਤੇ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਸ਼ਾਮਲ ਰਹੇ ਲੀਡਰਾਂ ਦੇ ਨਾਵਾਂ ਦੀ ਕੈਪਟਨ ਨੇ ਸੂਚੀ ਤਿਆਰ ਕੀਤੀ ਹੈ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਦੇ ਮੁਤਾਬਕ ਹੁਣ ਤੱਕ ਕਾਂਗਰਸੀਆਂ ਨੇ ਕੈਪਟਨ ਦੀ ਦੋਸਤੀ ਦੇਖੀ ਸੀ, ਹੁਣ ਦੁਸ਼ਮਣੀ ਦੇਖਣਗੇ। ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਜਲਦ ਸੀਐਮ ਭਗਵੰਤ ਮਾਨ ਨੂੰ ਮਿਲਣਗੇ ਕਿ ਜਿਹੜੇ ਨਾਮ ਨੇ, ਜਿਹੜੇ ਉਹ ਮਾਈਨਿੰਗ ਦੇ ਵਿੱਚ ਲਿਪਤ ਸਨ ਮੰਤਰੀ ਤੇ ਬਾਕੀ ਨਾਮ ਐਮਐਲਏਆਂ ਦੇ ਆ, ਉਹਨਾਂ ਬਾਰੇ ਵੀ ਡਿਸਕਸ਼ਨ ਜ਼ਰੂਰ ਹੋਗੀ ਉਸ ਮੀਟਿੰਗ ਦੇ ਵਿੱਚ। ਤੇ ਨਾਮ ਦੱਸ ਕੇ ਆਏ ਵੀ ਜਾਣਗੇ ਕਿ ਕੌਣ ਮਾਈਨਿੰਗ ਕਰਦਾ ਰਿਹਾ, ਕਿਨੇ ਪੰਜਾਬ ਦਾ ਕੀ ਲੁੱਟਿਆ। ਕਿਉਂਕਿ ਪਹਿਲਾਂ ਅਗਰ ਦੋਸਤ ਵੀ ਚੰਗੇ ਸੀ ਤਾਂ ਹੁਣ ਦੁਸ਼ਮਣੀ ਵੀ ਚੰਗੀ ਤਰ੍ਹਾਂ ਨਿਭਾਵਾਂਗੇ। ਉਧਰ ਵਿਰੋਧੀ ਧਿਰਾਂ ਪੁੱਛ ਰਹੀਆਂ ਨੇ, ਜਦੋਂ ਕੈਪਟਨ ਨੂੰ ਪਤਾ ਸੀ ਕਿ ਉਸਦੇ ਮੰਤਰੀ ਭ੍ਰਿਸ਼ਟ ਨੇ ਤਾਂ ਫਿਰ ਕੈਪਟਨ ਨੇ ਕਾਰਵਾਈ ਕਿਉਂ ਨਹੀਂ ਕੀਤੀ? ਕੈਪਟਨ ਪੰਜਾਬ ਦੀ ਥਾਂ ਤੇ ਕਾਂਗਰਸੀਆਂ ਦੇ ਨਾਲ ਦੋਸਤੀ ਨਿਭਾਉਂਦੇ ਰਹੇ, ਉਹਨਾਂ ਨੂੰ ਬਚਾਉਂਦੇ ਕਿਉਂ ਰਹੇ? ਵੇਖੋ, ਮੇਰੇ ਕੋਲ ਕੋਈ ਬੈਰੋਮੀਟਰ ਨਹੀਂ, ਮੈਂ ਕਿਸੇ ਤੇ ਕੋਈ ਇਲਜ਼ਾਮ ਲਾ ਦੇਵਾਂ ਤੇ ਕਿਸੇ ਦੇ ਬਾਰੇ ਇਹ ਮੇਰਾ ਫਰਜ਼ ਨਹੀਂ ਬਣਦਾ। ਬਾਕੀ ਇਹ ਹੈ ਵੀ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਉਹ ਇੱਕ ਬੜੀ ਵੱਡੀ ਗੱਲ ਹੈ, ਕੋਈ ਛੋਟੀ ਗੱਲ ਨਹੀਂ। ਵਿਰੋਧੀ ਧਿਰਾਂ ਨੇ ਆਪਣੇ ਕੁਝ ਜ਼ਿੰਦਗੀ ਕੀਤਾ ਨਹੀਂ, ਕਦੀ ਕਰਪਸ਼ਨ ਦੇ ਖਿਲਾਫ ਇੱਕ ਕਦਮ ਨਹੀਂ ਚੱਕਿਆ। ਅੱਜ ਕੈਪਟਨ ਸਾਹਿਬ ਤੇ ਤੁਸੀਂ ਉਸ ਬਿਆਨ ਤੇ ਗੱਲ ਕਰੋ ਨਾ ਕਿ ਕੈਪਟਨ ਸਾਹਿਬ ਕਹਿੰਦੇ ਮੈਂ ਆਪਣੇ ਭ੍ਰਿਸ਼ਟ ਮੰਤਰੀਆਂ ਦੀ ਲਿਸਟ ਦੇਣਾ ਸਰਕਾਰ ਨੂੰ, ਆਪਾਂ ਉਹਦੇ ਤੇ ਗੱਲ ਕਰੀਏ। ਮੈਂ ਤਾਂ ਕੈਪਟਨ ਸਾਹਿਬ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਜਾਂ ਉਹਨਾਂ ਦੀ ਸਰਕਾਰ 'ਚ ਉਹਨਾਂ ਨੇ 4.5 ਪੌਣੇ 5 ਸਾਲ ਰਾਜ ਕੀਤਾ, ਵੀ ਅਗਰ ਉਹਨਾਂ ਨੂੰ ਪਤਾ ਸੀ ਕਿਹੜੇ ਭ੍ਰਿਸ਼ਟ ਮੰਤਰੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਹ ਕਬੂਲਨਾਮਾ ਕਿ ਉਸਦੇ ਮੰਤਰੀ ਭ੍ਰਿਸ਼ਟ ਸਨ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ ਹੈ। ਸਵਾਲ ਹੈ ਕਿ ਕੈਪਟਨ ਨੇ ਕਾਰਵਾਈ ਕਿਉਂ ਨਹੀਂ ਕੀਤੀ। ਸਵਾਲ ਹੈ ਕਿ ਹੁਣ ਤੱਕ ਕੈਪਟਨ ਨੇ ਨਾਂ ਜਨਤਕ ਕਿਉਂ ਨਹੀਂ ਕੀਤੇ। ਸਵਾਲ ਇਹ ਵੀ ਹੈ ਕਿ ਕੈਪਟਨ ਫਾਈਲਾਂ ਦੇਣਗੇ ਕਦੋਂ, ਤੇ ਸਵਾਲ ਇਹ ਵੀ ਹੈ ਕਿ ਕੈਪਟਨ ਦੀਆਂ ਫਾਈਲਾਂ ਤੇ ਆਮ ਆਦਮੀ ਪਾਰਟੀ ਦਾ ਐਕਸ਼ਨ ਕੀ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18। ਤੇ ਹੁਣ ਗੱਲ ਕਰਦੇ ਹਾਂ ਗੈਰ ਕਾਨੂੰਨੀ ਮਾਈਨਿੰਗ ਦੀ। ਪੰਜਾਬ ਦੇ ਕੈਬਨਿਟ ਮਿਨਿਸਟਰ ਹਰਜੋਤ ਬੈਂਸ ਨੇ ਅੱਜ ਦਾਅਵਾ ਕੀਤਾ ਕਿ ਗੈਰ ਕਾਨੂੰਨੀ ਮਾਈਨਿੰਗ ਪੰਜਾਬ 'ਚੋਂ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਬਕਾਇਦਾ ਅੰਕੜੇ ਜਾਰੀ ਕੀਤੇ ਗਏ ਹਰਜੋਤ ਬੈਂਸ ਵੱਲੋਂ, ਔਰ ਉਹਨਾਂ ਨੇ ਪੱਤਰਕਾਰਾਂ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਤੇ ਇਸ ਗੁਰਖ ਧੰਦੇ 'ਚ ਲਿਪਤ ਹੋਣ ਦੇ ਇਲਜ਼ਾਮ ਵੀ ਲਾਏ। ਗੈਰ ਕਾਨੂੰਨੀ ਮਾਈਨਿੰਗ, ਬੇਅਦਬੀ ਅਤੇ ਨਸ਼ੇ ਤੋਂ ਬਾਅਦ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਚੋਣਾਂ ਦੌਰਾਨ ਵੀ ਇਹ ਮੁੱਦਾ ਖੂਬ ਉੱਠਿਆ ਅਤੇ ਸਿਆਸਤ ਵੀ ਰੱਜ ਕੇ ਹੋਈ, ਪਰ ਹੁਣ ਪੰਜਾਬ 'ਚ ਆਪ ਸਰਕਾਰ ਬਣਦੇ ਹੀ ਗੈਰ ਕਾਨੂੰਨੀ ਮਾਈਨਿੰਗ ਖਤਮ ਕਰਨ ਦਾ ਦਾਅਵਾ ਹੋਇਆ ਹੈ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਹਰ ਰੋਜ਼ 35,000 ਟਨ ਕਾਨੂੰਨੀ ਮਾਈਨਿੰਗ ਹੁੰਦੀ ਸੀ, ਜਿਹੜੀ ਕਿ ਹੁਣ 1 ਲੱਖ ਟਨ ਤੋਂ ਪਾਰ ਹੋ ਗਈ ਹੈ। ਜਿਹੜਾ ਲੀਗਲ ਮਾਈਨਿੰਗ ਹੈ ਉਸ ਦੇ ਵਿੱਚ ਭਾਰੀ ਇਜ਼ਾਫਾ ਹੋਇਆ। ਆ ਜਿਹੜੇ ਟੈਂਡਰ ਦਿੱਤੇ ਗਏ ਸੀ ਇਹ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਸੀ ਤੇ ਮਾਰਚ 2023 ਤੱਕ ਹੈ। ਉਹਨਾਂ ਹੀ ਠੇਕੇਦਾਰਾਂ, ਉਹਨਾਂ ਕੰਟਰੈਕਟਰਾਂ ਤੋਂ ਸ਼ਿਕੰਜਾ ਕੱਸ ਕੇ ਇਮਾਨਦਾਰੀ ਦੇ ਨਾਲ ਲੀਗਲ ਮਾਈਨਿੰਗ ਕਰਾਈ ਗਈ। ਤੇ ਮੈਂ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਪਿਛਲੇ ਸਾਲ ਸਿਰਫ 35,000 ਤੋਂ 40,000 ਮੈਟ੍ਰਿਕ ਟਨ ਡੇਲੀ ਐਵਰੇਜ ਐਕਸਟ੍ਰੈਕਸ਼ਨ ਹੁੰਦੀ ਸੀ, ਖੱਡਾਂ ਚੋਂ ਰੇਤਾ ਬਜਰੀ ਨਿਕਲਦਾ ਸੀ, ਜਦਕਿ ਅਸੀਂ 1 ਲੱਖ ਤੋਂ ਪਾਰ ਲੈ ਕੇ ਜਾ ਚੁੱਕੇ ਹਾਂ। ਕੱਲ ਪੰਜਾਬ ਦੇ ਵਿੱਚ 1,03,000 ਮੈਟ੍ਰਿਕ ਟਨ ਐਕਸਟ੍ਰੈਕਸ਼ਨ ਹੋਈ ਹੈ। ਮਾਈਨਿੰਗ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਸੀ, ਪਰ ਹੁਣ ਇਸ ਤੇ ਪੂਰੀ ਤਰ੍ਹਾਂ ਲਗਾਮ ਲੱਗੀ ਹੈ। ਮਾਈਨਿੰਗ ਮੰਤਰੀ ਨੇ ਕਈ ਤਰ੍ਹਾਂ ਦੇ ਅੰਕੜੇ ਵੀ ਲੋਕਾਂ ਅੱਗੇ ਪੇਸ਼ ਕੀਤੇ ਨੇ। ਪਿਛਲੇ ਸਾਲ ਮਈ ਮਹੀਨੇ 'ਚ ਸਿਰਫ 8 ਲੱਖ ਮੈਟ੍ਰਿਕ ਟਨ ਲੀਗਲ ਮਾਈਨਿੰਗ ਹੋਈ ਤੇ ਇਸ ਸਾਲ ਮਈ ਮਹੀਨੇ 'ਚ ਅਸੀਂ ਆਲਰੇਡੀ 18.5 ਲੱਖ ਮੈਟ੍ਰਿਕ ਟਨ ਪਾਰ ਕਰ ਚੁੱਕੇ ਹਾਂ, ਜੋ ਕਿ 2 ਗੁਣਾ ਤੋਂ ਵੀ ਜ਼ਿਆਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੀਆਂ ਸਰਕਾਰਾਂ
ਇਲੀਗਲ ਮਾਈਨਿੰਗ ਕਰਾਉਂਦੀਆਂ ਸੀ ਤੇ ਉਸ ਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਜਿਹੜਾ ਹੈ ਉਹਦੇ 'ਚ ਚੋਰੀ ਹੋਈ, ਇੱਕ ਮਾਫੀਆ ਚੱਲਦਾ ਸੀਗਾ। ਉਧਰ ਰੋਪੜ ਦੇ ਇੱਕ ਸਮਾਗਮ 'ਚ ਬੋਲਦਿਆਂ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਵਿਭਾਗ 'ਚ ਪਹਿਲਾਂ ਸਭ ਕੁਝ ਹਵਾ 'ਚ ਚੱਲਦਾ ਸੀ ਅਤੇ तमाम ਅਧਿਕਾਰੀਆਂ ਨੂੰ ਇਸ ਦਾ ਨਜਾਇਜ਼ ਮਾਈਨਿੰਗ 'ਚੋਂ ਹਿੱਸਾ ਜਾਂਦਾ ਸੀ। ਇੱਕ ਐਡਾ ਦਾ ਮਹਿਕਮਾ ਸੀ ਜਿੱਥੇ ਸਾਰਾ ਕੁਝ ਹੀ ਹਵਾ 'ਚ ਚੱਲਦਾ ਸੀ। ਐਡਾ ਦਾ ਮਹਿਕਮਾ ਸੀ, ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਪੱਤਰਕਾਰਾਂ ਤੋਂ ਲੈ ਕੇ ਹਾਰੇ ਜਿੱਤੇ ਐਮਐਲਏਆਂ ਤੋਂ ਲੈ ਕੇ ਐਸਐਚਓ, ਡੀਐਸਪੀ, ਐਸਐਸਪੀ, ਡੀਡੀਪੀ, ਮੰਤਰੀ, ਮੁੱਖ ਮੰਤਰੀ ਤੱਕ ਸਾਰੇ ਇਸ ਮਹਿਕਮੇ 'ਚੋਂ ਪੈਸਾ ਆਉਂਦੇ। ਪਿਛਲੀ ਸਰਕਾਰ ਸਮੇਂ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਵੱਡੀ ਪੱਧਰ ਤੇ ਉੱਠਿਆ। ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਆਪ ਨੇ ਕੈਪਟਨ ਸਰਕਾਰ ਅਤੇ ਫਿਰ ਚੰਨੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਰਾਣਾ ਗੁਰਜੀਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਕੈਪਟਨ ਨੇ ਖੁਦ ਹੈਲੀਕਾਪਟਰ ਰਾਹੀਂ ਰੇਕੀ ਕੀਤੀ, ਪਰ ਮਾਈਨਿੰਗ ਮਾਫੀਆ ਬੇਲਗਾਮ ਹੀ ਰਿਹਾ। ਰੋਪੜ ਤੋਂ ਅਵਤਾਰ ਸਿੰਘ, ਨਿਊਜ਼ 18 ਪੰਜਾਬ। ਉਧਰ ਅਨੰਦਪੁਰ ਸਾਹਿਬ ਦੇ ਪਿੰਡ ਮਾਜਰੀ ਦੇ ਵਿੱਚ ਨਜਾਇਜ਼ ਮਾਈਨਿੰਗ ਤੋਂ ਅੱਕੇ ਲੋਕਾਂ ਨੇ ਟਿੱਪਰ ਤੱਕ ਘੇਰ ਲਏ ਔਰ ਨਜਾਇਜ਼ ਮਾਈਨਿੰਗ ਪਿੰਡ ਦੇ ਲੋਕਾਂ ਨੇ ਕਿਹਾ ਕਿ ਅਸੀਂ ਇਸ ਤੋਂ ਬੇਹੱਦ ਔਖੇ ਹਾਂ, ਪਰ ਇਸ ਸਭ ਦੇ ਵਿੱਚ ਰੇਤੇ ਦੀਆਂ ਅਸਮਾਨੀ ਚੜੀਆਂ ਕੀਮਤਾਂ ਨੇ ਵੀ ਲੋਕਾਂ ਦੀ ਪਰੇਸ਼ਾਨੀ ਵਧਾ ਰੱਖੀ। ਇਸ ਵਾਰੀ ਕੱਟੜ ਇਮਾਨਦਾਰ ਸਰਕਾਰ ਆਈ ਹੈ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਅਸੀਂ ਦਿਨ ਰਾਤ ਮਿਹਨਤ ਕਰਕੇ ਇਲੀਗਲ ਮਾਈਨਿੰਗ ਪੰਜਾਬ ਚੋਂ ਖਤਮ ਕਰ ਦਿੱਤੀ ਹੈ। ਸਰਕਾਰ ਨਜਾਇਜ਼ ਮਾਈਨਿੰਗ ਖਤਮ ਕਰਨ ਦਾ ਦਾਅਵਾ ਕਰਦੀ ਹੈ, ਪਰ ਅਨੰਦਪੁਰ ਸਾਹਿਬ ਦੇ ਪਿੰਡ ਮਜਾਰੀ ਤੋਂ ਸਾਹਮਣੇ ਆਈਆਂ ਇਹ ਤਸਵੀਰਾਂ ਕੁਝ ਹੋਰ ਕਹਾਣੀ ਬਿਆਨ ਕਰਦੀਆਂ ਨੇ। ਦਰਜਨਾਂ ਟਿੱਪਰ ਰੇਤੇ ਭਰੇ ਹੋਏ ਨੇ। ਇਲਜ਼ਾਮ ਹੈ ਕਿ ਨਜਾਇਜ਼ ਮਾਈਨਿੰਗ ਹੋ ਰਹੀ ਸੀ। ਪਿੰਡ ਮਜਾਰੀ ਦੇ ਵਿੱਚ ਹੋ ਰਹੀ ਮਾਈਨਿੰਗ ਨੂੰ ਰੋਕਣ ਦੇ ਲਈ ਇਲਾਕਾ ਸੰਘਰਸ਼ ਕਮੇਟੀ ਤੇ ਪਿੰਡ ਵਾਲੇ ਇਕੱਠੇ ਹੋ ਗਏ। ਰੇਤੇ ਭਰੇ ਟਿੱਪਰਾਂ ਨੂੰ ਘੇਰਾ ਪਾ ਲਿਆ। ਜਦੋਂ ਤੱਕ ਟਿੱਪਰ ਖਾਲੀ ਨਹੀਂ ਕੀਤੇ ਉਦੋਂ ਤੱਕ ਅੱਗੇ ਨਹੀਂ ਜਾਣ ਦਿੱਤੇ ਗਏ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਜਾਇਜ਼ ਮਾਈਨਿੰਗ ਨਾ ਰੁਕੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਕਈ ਸਾਲਾਂ ਤੋਂ ਜਿਹੜੀ ਸੁਆਂ ਦੀ ਮਾਈਨਿੰਗ ਹੋ ਰਹੀ ਹੈ, ਸਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਦਾ ਨਹੀਂ ਹੈਗਾ। ਪਾਣੀ ਨਹੀਂ ਪੀਣ ਨੂੰ ਮਿਲਦਾ, ਨਾ ਖੂਹਾਂ ਦੇ ਵਿੱਚ ਪਾਣੀ ਮਿਲਦਾ, ਪਸ਼ੂਆਂ ਨੂੰ ਪਾਣੀ ਪਿਲਾਉਣ ਨੂੰ ਨਹੀਂ ਮਿਲਦਾ। ਆਖਰ ਤੰਗ ਹੋ ਗਿਆ ਜਦ ਇਹਨਾਂ ਨੂੰ ਪਤਾ ਲੱਗਿਆ ਵੀ ਇੰਨੇ ਬੁਰੇ ਹਾਲ ਨਾਲ ਇੱਥੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ, ਤਾਂ ਲੋਕ ਅੱਜ ਪਿੰਡ ਦੇ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚ ਗਏ। ਨਾਜਾਇਜ਼ ਮਾਈਨਿੰਗ ਇੱਕ ਸਮੱਸਿਆ ਹੈ। ਦੂਜੇ ਪਾਸੇ ਰੇਤ ਦੀਆਂ ਕੀਮਤਾਂ ਦੇ ਭਾਅ ਵੀ ਅਸਮਾਨੀ ਚੜ੍ਹ ਰਹੇ ਨੇ। ਲੋਕਾਂ ਨੂੰ ਘਰ ਬਣਾਉਣੇ ਮੁਸ਼ਕਿਲ ਹੋ ਰਹੇ ਨੇ। ਪਹਿਲਾਂ ਜੋ ਰੇਤਾ 25 ਤੋਂ 30 ਰੁਪਏ ਪ੍ਰਤੀ ਫੁੱਟ ਮਿਲਦਾ ਸੀ, ਹੁਣ ਉਹ 50 ਰੁਪਏ ਪ੍ਰਤੀ ਫੁੱਟ ਮਿਲ ਰਿਹਾ ਹੈ। ਰੇਤਾ ਨਾ ਮਿਲਣ ਕਾਰਨ ਆਮ ਜੇ ਗੱਲ ਕਰੀਏ ਜ਼ਿਲ੍ਹਾ ਫਿਰੋਜ਼ਪੁਰ ਦੀ, ਤੇ ਫਿਰੋਜ਼ਪੁਰ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ, ਕਿਉਂਕਿ ਇਹ ਸਫੇਦ ਸੋਨਾ ਜਿਹੜਾ ਰੇਤਾ ਨੂੰ ਕਿਹਾ ਜਾਂਦਾ ਹੈ ਉਹ ਹੁਣ ਬਹੁਤ ਮਹਿੰਗਾ ਹੋ ਚੁੱਕਿਆ। ਜੇ ਗੱਲ ਕਰੀਏ ਤੇ ਪਹਿਲਾਂ 20 ਤੋਂ 25 ਰੁਪਏ ਫੁੱਟ ਜਿਹੜੀ ਰੇਤਾ ਮਿਲ ਜਾਂਦੀ ਸੀ, ਪਰ ਹੁਣ ਇਸ ਦਾ ਰੇਟ ਦੁੱਗਣੇ ਤੋਂ ਤਿਗਣਾ ਹੋ ਗਿਆ। ਮੇਰੇ ਨਾਲ ਇੱਥੇ ਠੇਕੇਦਾਰ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ, ਕੀ ਰੇਤਾ ਹੁਣ ਮਿਲ ਰਹੀ ਹੈ ਜਾਂ ਕੀ ਹਾਲਾਤ ਨੇ ਹੁਣ? ਰੇਤਾ ਬਹੁਤ ਹੀ ਮੁਸ਼ਕਿਲ ਮਿਲ ਰਹੀ ਹੈ। ਰੇਤਾ ਬਿਲਕੁਲ ਵੀ ਨਹੀਂ ਆ ਰਹੀ। ਜੇ ਕੋਈ ਆ ਰਹੀ ਹੈ 24 ਰੁਪਏ ਆ ਰਹੀ ਹੈ ਤੇ ਦੋਨੇ ਭਾਵਾਂ ਤਿੰਨੇ ਭਾਵਾਂ ਤੇ ਮਿਲਦੀ ਪਈ ਹੈ। ਇਸ ਟਾਈਮ ਸਾਨੂੰ ਬਹੁਤ ਦਿੱਕਤ ਆ ਰਹੀ ਹੈ। ਲੇਬਰਾਂ ਦਾ ਸਾਡਾ ਬਹੁਤ ਮੁਸ਼ਕਿਲ ਪਰੇਸ਼ਾਨੀ ਆ ਰਹੀ ਹੈ। ਲੇਬਰਾਂ ਵਿਹਲੀਆਂ ਘਰੇ ਬੈਠੀਆਂ, ਸਾਡੀਆਂ ਸਾਰਾ ਕਾਰੋਬਾਰ ਬੰਦ ਹੋ ਚੁੱਕਿਆ ਲਗਭਗ। ਰੇਤਾ ਨਾ ਮਿਲਣ ਕਾਰਨ ਜਿੱਥੇ ਬੇਰੋਜ਼ਗਾਰੀ ਵੱਧ ਰਹੀ ਹੈ, ਉੱਥੇ ਰੇਤਾ ਨਾ ਮਿਲਣ ਕਾਰਨ ਲੋਕ ਬੜੇ ਪਰੇਸ਼ਾਨ ਹੈ। ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਮਨਦੀਪ ਕੁਮਾਰ, ਨਿਊਜ਼ 18 ਪਰ। ਨਾਜਾਇਜ਼ ਮਾਈਨਿੰਗ ਪੰਜਾਬ ਦਾ ਵੱਡਾ ਮੁੱਦਾ ਰਿਹਾ ਹੈ। ਆਮ ਆਦਮੀ ਪਾਰਟੀ ਇਸੇ ਮੁੱਦੇ ਤੇ ਕੈਪਟਨ ਤੇ ਚੰਨੀ ਸਰਕਾਰ ਨੂੰ ਘੇਰਦੀ ਰਹੀ ਹੈ, ਪਰ ਨਾਜਾਇਜ਼ ਮਾਈਨਿੰਗ ਅੱਜ ਵੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਧੜੱਲੇ ਨਾਲ ਹੋ ਰਹੀ ਹੈ। ਅਨੰਦਪੁਰ ਸਾਹਿਬ ਤੋਂ ਰਾਜਕੁਮਾਰ ਦੇ ਨਾਲ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ, ਨਿਊਜ਼ 18। ਤੇ ਹੁਣ ਇੱਕ ਖਬਰ ਪਠਾਨਕੋਟ ਤੋਂ ਦਿਖਾਉਂਦੇ ਹਾਂ, ਜਿੱਥੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਹੈ ਔਰ ਭਾਜਪਾ ਆਗੂ ਦੇ ਪੁੱਤਰ ਦੇ ਹਸਪਤਾਲ ਦੇ ਬਾਹਰ ਬਣੇ ਨਜਾਇਜ਼ ਕਬਜ਼ਿਆਂ ਨੂੰ ਤਹਿਸ ਨਹਿਸ ਕਰਦਾ। ਇੰਪਰੂਵਮੈਂਟ ਟਰਸਟ ਪਠਾਨਕੋਟ ਹੁਣ ਸ਼ਹਿਰ ਚੋਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲੱਗਿਆ ਹੈ। ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਸ਼ਹਿਰ 'ਚ ਪੀਲਾ ਪੰਜਾ ਚੱਲਦਾ ਨਜ਼ਰ ਆਇਆ ਹੈ। ਪ੍ਰਸ਼ਾਸਨ ਨੇ ਭਾਜਪਾ ਆਗੂ ਮਾਸਟਰ ਮੋਹਨ ਲਾਲ ਦੇ ਬੇਟੇ ਦੇ ਹਸਪਤਾਲ ਦੇ ਬਾਹਰੋਂ ਨਜਾਇਜ਼ ਕਬਜ਼ੇ ਨੂੰ ਹਟਾਇਆ। ਹਸਪਤਾਲ ਦੇ ਬਾਹਰ ਕਈ ਮੀਟਰ ਤੱਕ ਕੰਧਾਂ ਕਰਕੇ ਕਬਜ਼ਾ ਕੀਤਾ ਗਿਆ ਸੀ। ਉਧਰ ਓਐਸਡੀ ਇੰਪਰੂਵਮੈਂਟ ਟਰਸਟ ਨੇ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਨੇ ਖੁਦ ਬ ਖੁਦ ਕਬਜ਼ੇ ਨਾ ਹਟਾਏ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਸਾਡੇ ਨੂੰ ਪਹਿਲਾਂ ਕਿਹਾ ਸੀਗਾ ਵੀ ਅਸੀਂ ਆਪ ਕਰ ਰਹੇ ਹਾਂ, ਇਹਨਾਂ ਨੇ ਲਗਭਗ 75 ਤੋਂ 80% ਜਿਹੜੀ ਵਾਇਲੇਸ਼ਨ ਆਪਣੇ ਆਪ ਰਿਮੂਵ ਕਰ ਲਈ ਸੀਗੀ। ਮੇਰੇ ਨਾਲ ਖੜੇ ਨੇਗੇ, ਬਿਲਕੁਲ ਰਿਮੂਵ ਇਹਨਾਂ ਨੇ ਕੀਤੀ ਆ। ਥੋੜੀਆਂ ਸੀਗੀਆਂ ਜਿਹੜੀਆਂ ਉਹ ਅਸੀਂ ਅੱਜ ਕਾਰਵਾਈ ਕੀਤੀ ਆ, ਜਿਹੜੀ ਇਹਨਾਂ ਦੀ ਬਾਦਰੇ ਜਾਂ ਕੋਈ ਬ੍ਰਿਕ ਵਰਕ ਰਹਿ ਗਿਆ ਸੀਗਾ ਉਹ ਤੇ ਅੱਜ ਕਾਰਵਾਈ ਕੀਤੀ ਆ। ਜਿਹੜੀ ਮਾੜੀ ਮੋਟੀ ਇਹਨਾਂ ਨੇ ਕਹਿਤਾ ਵੀ ਅਸੀਂ ਆਪ ਆਪਣੇ ਲੈਵਲ ਤੇ ਤੁਸੀਂ ਕਰ ਲਓਗੇ। ਜਦਕਿ ਪਠਾਨਕੋਟ ਵਾਸੀਆਂ 'ਚ ਪੀਲੇ ਪੰਜੇ ਦਾ ਖੌਫ ਨਜ਼ਰ ਆਇਆ ਅਤੇ ਉਹਨਾਂ ਖੁਦ ਇਹਨਾਂ ਕਬਜ਼ਿਆਂ ਨੂੰ ਹਟਾਉਣ ਦਾ ਭਰੋਸਾ ਦਿੱਤਾ। ਉਹਨੇ ਕਿਹਾ, ਮੈਨੂੰ ਮੇਰੇ ਧਿਆਨ 'ਚ ਲਿਆਂਦਾ ਕਿ ਹੈਗਾ ਬੇਸਿਕਲੀ ਤੁਸੀਂ ਦੇਖੋ ਤੇ ਕੁਝ ਨਹੀਂ ਸੀਗਾ, ਛੱਜਾ ਜਿਹਾ ਸੀਗਾ ਕਿ ਕੋਈ ਆਂਦੇ ਜਾਂਦੇ ਬਹਿ ਸਕਦਾ ਸੀ, ਬਸ ਇੰਨਾ ਜਿਹਾ ਸੀਗਾ। ਜੋ ਉਹਨਾਂ ਨੇ ਮੈਨੂੰ ਕਿਹਾ ਉਹ ਵੀ ਰਿਮੂਵ ਕਰ ਦੋ, ਮੈਂ ਉਹ ਵੀ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ ਜਿੰਨੀ ਹੋ ਸਕੇ। ਜਿਹੜਾ ਰਹਿ ਗਿਆ ਉਹ ਵੀ ਤੁਸੀਂ, ਜਿਹੜਾ ਰਹਿ ਗਿਆ ਉਹ ਇਹਨਾਂ ਨੇ ਅੱਜ ਕਰਤਾ ਹੈਗਾ, ਕੋਈ ਪ੍ਰੋਬਲਮ ਨਹੀਂ। ਦੱਸਿਏ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਤੋਂ ਹੋਏ ਨਜਾਇਜ਼ ਕਬਜ਼ਿਆਂ ਸਣੇ ਰਿਹਾਇਸ਼ੀ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਵਿੱਢੀ ਹੈ, ਜਿਸ ਤਹਿਤ ਹੁਣ ਤੱਕ ਕਈ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੈ। ਪਠਾਨਕੋਟ ਤੋਂ ਸੁਖਜਿੰਦਰ ਕੁਮਾਰ, ਨਿਊਜ਼ 18 ਪੰਜਾਬ। ਇੱਕ ਵੱਡੀ ਖਬਰ ਦਾ ਰੁਖ ਕਰਦੇ ਹਾਂ। ਇੱਕ ਡੀਐਫਓ ਤੇ ਕਾਰਵਾਈ ਹੋਈ ਹੈ। ਕਾਰਵਾਈ ਕਰਨ ਵਾਲੇ ਡੀਐਫਓ ਤੇ ਕਾਰਵਾਈ ਹੋਈ ਹੈ। ਕਬਜ਼ੇ ਹਟਾਉਣ ਵਾਲੇ ਡੀਐਫਓ ਤੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ ਜੰਗਲਾਤ ਵਿਭਾਗ ਨੇ ਡੀਐਫਓ ਨੂੰ ਹਟਾਉਣ ਦੀ ਸਿਫਾਰਿਸ਼ ਕਰ ਦਿੱਤੀ ਹੈ। ਸੀਨੀਅਰ ਅਧਿਕਾਰੀ ਹਰਸ਼ ਕੁਮਾਰ ਨੇ ਇਹ ਕਾਰਵਾਈ ਮੰਗੀ ਹੈ ਔਰ ਜੰਗਲਾਤ ਵਿਭਾਗ ਦੇ ਸਕੱਤਰ ਨੂੰ ਲਿਖ ਕੇ ਕਾਰਵਾਈ ਮੰਗੀ ਗਈ ਹੈ। ਮੁਹਾਲੀ ਦੇ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਕਬਜ਼ੇ ਹਟਾਏ ਗਏ ਸੀ। ਕਰਨਲ ਸੰਧੂ ਦੇ ਫਾਰਮ ਹਾਊਸ ਤੇ ਇਹ ਕਾਰਵਾਈ ਕੀਤੀ ਗਈ ਸੀ। ਨਿਊਜ਼ 18 ਨੇ ਪ੍ਰਮੁਖਤਾ ਦੇ ਨਾਲ ਇਹ ਖਬਰ ਦਿਖਾਈ ਸੀ। ਤੇ ਹੁਣ ਗੱਲ ਮਾਨ ਸਰਕਾਰ ਦੇ ਇੱਕ ਹੋਰ ਫੈਸਲੇ ਦੀ। ਸੇਵਾ ਕੇਂਦਰਾਂ ਦੀਆਂ ਸੇਵਾਵਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। 100 ਨਵੀਆਂ ਸੇਵਾਵਾਂ ਜੋੜ ਦਿੱਤੀਆਂ ਗਈਆਂ ਨੇ। ਹੁਣ ਤੱਕ 380 ਸੇਵਾਵਾਂ ਮਿਲਦੀਆਂ ਸੀ ਔਰ ਹੁਣ ਇਸ ਦੇ ਵਿੱਚ 100 ਸੇਵਾਵਾਂ ਹੋਰ ਜੋੜ ਦਿੱਤੀਆਂ ਗਈਆਂ ਨੇ। ਆਨਲਾਈਨ ਸੇਵਾ, ਯਾਨੀ ਲੋਕਾਂ ਨੂੰ ਰੋਜ਼ਮਰਾ ਦੇ ਕੰਮਾਂ ਦੇ ਲਈ ਜਦੋਂ ਜਾਣਾ ਪੈਂਦਾ ਹੈ ਤਾਂ ਆਨਲਾਈਨ ਸੇਵਾਵਾਂ ਦੇ ਵਿੱਚ ਹੁਣ ਵਾਧਾ ਕਰਦੇ ਹੋਏ 380 ਸੇਵਾਵਾਂ ਨੂੰ ਵਧਾ ਕੇ 480 ਸੇਵਾਵਾਂ ਕਰ ਦਿੱਤੀਆਂ ਗਈਆਂ ਨੇ। ਤੇ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੰਜਾਬ ਦੇ ਕਈ ਰੇਲਵੇ ਸਟੇਸ਼ਨ ਜਿਨ੍ਹਾਂ 'ਚ ਉਹਨਾਂ ਨੂੰ ਧਮਕੀ ਮਿਲੀ ਹੈ ਔਰ ਇਸ ਦੇ ਨਾਲ ਕਈ ਧਾਰਮਿਕ ਸਥਾਨਾਂ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇੱਕ ਪੱਤਰ ਦੇ ਜ਼ਰੀਏ ਲੁਧਿਆਣਾ ਰੇਲਵੇ ਸਟੇਸ਼ਨ ਦੀ ਉਸ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਔਰ ਸਖਤੀ ਦੇ ਨਾਲ ਪੁਲਿਸ ਹਰ ਜਗ੍ਹਾ ਚੈਕਿੰਗ ਕਰ ਰਹੀ ਹੈ। ਆਹੀ ਆ ਕੇ ਪਲੇਟ ਤੁਹਾਡਾ ਸਟੇਸ਼ਨ ਬੰਮ ਨਾਲ ਉਡਾ ਦੇਵਾਂਗੇ। ਹੋਰ ਵੀ ਕਾਫੀ ਕੁਛ ਹੈ ਜੀ, ਧਾਰਮਿਕ ਸਥਾਨ ਵੀ ਲਿਖੇ ਹੋਏ ਹਨ। ਹੋਰ ਪਲੇਟਫਾਰਮ ਤੇ ਜਿਹੜੇ ਰੇਲਵੇ ਸਟੇਸ਼ਨ ਨੇ ਬੱਸ ਸਟੈਂਡ ਹੈ ਉਹਨਾਂ ਨੂੰ ਵੀ ਉਡਾਉਣ ਦੀ ਧਮਕੀ ਹੈ ਜੀ। ਲੁਧਿਆਣਾ ਨਹੀਂ, ਪੂਰੇ ਅੱਧੇ ਪੰਜਾਬ ਦੀ। ਤੇ ਹੁਣ ਸਿਕਿਉਰਿਟੀ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ? ਅਸੀਂ ਪ੍ਰੋਪਰ ਚੈੱਕ ਕਰ ਰਹੇ ਹਾਂ ਜੀ, ਹਰ ਆਉਣ ਜਾਣ ਵਾਲੇ ਨੂੰ ਪ੍ਰੋਪਰ ਚੈੱਕ ਕਰ ਰਹੇ ਹਾਂ। ਨਾਲ ਸਾਡੀ ਅਨਾਉਂਸਮੈਂਟ ਵੀ ਤੁਸੀਂ ਸੁਣ ਰਹੇ ਹੋਗੇ, ਲਗਾਤਾਰ ਚੱਲਦੀ ਹੈ ਜੀ ਸਾਡੀ ਅਨਾਉਂਸਮੈਂਟ, ਤੇ ਪਬਲਿਕ ਆਪਣਾ ਖਿਆਲ ਰੱਖੇ। ਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਮੈਰਿਜ ਪੈਲਸਾਂ ਤੇ ਹੋਟਲਾਂ 'ਚ ਡੀਜੇ ਤੇ ਚੱਲਦੇ ਗੀਤਾਂ ਦੇ ਲਈ ਮਨਜ਼ੂਰੀ ਲੈਣੀ ਲਾਜ਼ਮੀ ਹੋਏਗੀ, ਨਹੀਂ ਤਾਂ ਕਾਪੀਰਾਈਟ ਦਾ ਕੇਸ ਬਣ ਸਕਦਾ ਹੈ। ਮਿਊਜ਼ਿਕ ਕੰਪਨੀਆਂ ਵੱਲੋਂ ਹਾਈ ਕੋਰਟ 'ਚ ਕੇਸ ਲੜਨ ਵਾਲੇ ਵਕੀਲਾਂ ਨੇ ਦੱਸਿਆ ਕਿ ਰਜਿਸਟਰਾਰ ਆਫ ਕਾਪੀਰਾਈਟ ਨੇ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਡੀਜੇ ਤੇ ਗੀਤ ਚਲਾਉਣ ਲਈ ਕਿਸੇ ਮਨਜ਼ੂਰੀ ਦੀ ਜ਼ਰੂਰਤ ਨਹੀਂ, ਜਦਕਿ ਰਜਿਸਟਰਾਰ ਕੋਲ ਅਜਿਹੀ ਕੋਈ ਪਾਵਰ ਹੀ ਨਹੀਂ ਸੀ। ਵਕੀਲਾਂ ਨੇ ਵੀ ਸਪਸ਼ਟ ਕੀਤਾ ਕਿ ਡੀਜੇ ਤੇ ਗੀਤ ਚਲਾਉਣ ਲਈ ਸਿਰਫ ਉਦੋਂ ਹੀ ਜ਼ਰੂਰਤ ਹੋਵੇਗੀ ਜਦੋਂ ਕੋਈ ਫੰਕਸ਼ਨ ਕਿਸੇ ਕਮਰਸ਼ੀਅਲ ਥਾਂ ਤੇ ਹੋ ਰਿਹਾ ਹੋਵੇ, ਜਿਵੇਂ ਮੈਰਿਜ ਪੈਲੇਸ ਜਾਂ ਹੋਟਲ। ਜੇ ਕੋਈ ਸ਼ਖਸ ਨਿੱਜੀ ਫੰਕਸ਼ਨ ਕਰ ਰਿਹਾ ਤਾਂ ਕਿਸੇ ਤਰ੍ਹਾਂ ਦੀ ਕੋਈ ਮਨਜ਼ੂਰੀ ਦੀ ਲੋੜ ਨਹੀਂ, ਪਰ ਜੇ ਕੋਈ ਮੈਰਿਜ ਪੈਲੇਸ ਜਾਂ ਹੋਟਲ ਦੇ ਵਿੱਚ ਬਿਨਾਂ ਮਨਜ਼ੂਰੀ ਡੀਜੇ ਤੇ ਗੀਤ ਚਲਾ ਰਿਹਾ ਤਾਂ ਉਸ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ। ਵਿਆਹ ਸ਼ਾਦੀਆਂ 'ਚ ਜਿਹੜੇ ਗਾਣੇ ਵੱਜਦੇ ਨੇ ਉਹ ਗਾਣਾ ਵਾਸਤੇ ਵੀ ਇੱਕ ਫੀਸ ਦੇਣੀ ਹੁੰਦੀ ਹੈ, ਜਿੱਦਾਂ ਆਪਾਂ ਲਿਕਰ ਦਾ ਲਾਇਸੈਂਸ ਲੈਂਦੇ ਨੇ। ਇਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਆਰਡਰ ਹੈ, ਕਿਉਂਕਿ ਕੰਪਨੀ ਨੇ
ਚੈਲੰਜ ਕੀਤਾ ਸੀ ਕਾਪੀਰਾਈਟ ਦਾ ਇੱਕ ਨੋਟਿਸ ਆਇਆ ਸੀਗਾ ਕਿ ਵਿਆਹ ਸ਼ਾਦੀਆਂ 'ਚ ਲੋੜ ਹੀ ਨਹੀਂ ਕਿਸੇ ਲਾਇਸੈਂਸਿੰਗ ਫੀਸ ਦੀ, ਔਰ ਇਸ ਨੂੰ ਲੈ ਕੇ ਇੱਕ ਆਰਡਰ ਆਇਆ ਹੈ, ਕੁਐਸ਼ਿੰਗ ਵੀ ਹੋਇਆ ਜਿਹੜਾ ਨੋਟਿਸ ਹੈ। ਸਾਡੇ ਨਾਲ ਐਡਵੋਕੇਟਸ ਨੇ ਉਸ ਕੰਪਨੀ ਦੇ ਐਸਡੀਐਸ ਬੈਂਸ ਤੇ ਜਸਦੀਪ ਜੀ ਜਿਹੜੇ ਦੱਸਣਗੇ ਕਿ ਐਗਜ਼ੈਕਟ ਆਰਡਰ ਕੀ ਹੈ, ਕਿਆ ਵਿਆਹ ਸ਼ਾਦੀਆਂ 'ਚ ਤੁਸੀਂ ਫ੍ਰੀ ਵਜਾ ਸਕਦੇ ਹੋ ਔਰ ਕਿਆ ਘਰ ਦੇ ਅੰਦਰ ਉਹ ਫੰਕਸ਼ਨ ਫ੍ਰੀ ਹੈ ਔਰ ਕਿੱਦਾਂ ਦਾ ਸਾਰਾ ਇਹ ਸਿਨੈਰੀਓ ਰਹੇਗਾ, ਹੋਟਲ 'ਚ ਕੀ ਰਹੇਗਾ, ਪੂਰੀ ਮਸਲੇ ਤੇ ਗੱਲਬਾਤ ਕਰਨਗੇ ਸਾਡੇ ਨਾਲ ਐਡਵੋਕੇਟਸ ਨੇ। ਬੈਂਸ ਜੀ, ਪਹਿਲਾਂ ਮੈਂ ਤੁਹਾਡੇ ਤੋਂ ਜਾਣਾਂਗਾ ਕਿ ਐਗਜ਼ੈਕਟ ਤੁਸੀਂ ਜਿਹੜੀ ਕੰਪਨੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਨੋਵੈਕਸ ਨੂੰ, ਉਹਨੇ ਕੀ ਚੈਲੰਜ ਕੀਤਾ ਸੀ ਕੋਰਟ ਵਿੱਚ? ਬੇਸਿਕਲੀ ਨਾ ਜੀ ਇੱਕ ਰਜਿਸਟਰ ਆਫ ਕਾਪੀਰਾਈਟਸ ਨੇ ਇੱਕ ਨੋਟਿਸ ਜਾਰੀ ਕੀਤਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਇੱਕ ਬਲੈਂਕੇਟ ਇਹ ਚੀਜ਼ ਕਹਿ ਦਿੱਤੀ ਸੀਗੀ ਕਿ ਤੁਹਾਨੂੰ ਕਿਤੇ ਵੀ ਤੁਸੀਂ ਕੋਈ ਮੈਰਿਜ ਫੰਕਸ਼ਨ ਕਰਦੇ ਹੋ ਜਾਂ ਮੈਰਿਜਸ ਤੋਂ ਰਿਲੇਟਡ ਕੋਈ ਫੰਕਸ਼ਨਸ ਨੇ, ਉਹਦੇ ਵਿੱਚ ਤੁਹਾਨੂੰ ਨੋਟਿਸ ਦੀ ਰਿਕੁਆਇਰਮੈਂਟ ਨਹੀਂ ਹੈ। ਉਹਨਾਂ ਨੇ ਆਪਣੇ ਵੱਲੋਂ ਇੱਕ ਤਰ੍ਹਾਂ ਤੋਂ ਜਿਹੜਾ ਸੈਕਸ਼ਨ 52(1)ZA ਆਫ ਦ ਕਾਪੀਰਾਈਟ ਐਕਟ ਹੈ, ਉਹਨੂੰ ਆਪਣੇ ਆਪ ਹੀ ਉਹਦੀ ਇੰਟਰਪ੍ਰੀਟੇਸ਼ਨ ਕਰਦੀ ਸੀ, ਵੇਅਰਐਜ਼ ਹੀ ਹੈਡ ਨੋ ਰਾਈਟ। ਉਹ ਜਿਹੜਾ ਇੱਕ ਹੀ ਹੈਡ ਨੋ ਪਾਵਰ, ਮਤਲਬ ਇਹ ਜਿਹੜਾ ਪਾਵਰ ਹੈ ਇਹ ਮਾਨਯੋਗ ਹਾਈ ਕੋਰਟ ਦੇ ਕੋਲੇ ਪਾਵਰ ਨੇ ਜਾਂ ਉੱਪਰਲੀਆਂ ਕੋਰਟਸ ਦੇ ਕੋਲ ਪਾਵਰ ਨੇ। ਇੱਕ ਰਜਿਸਟਰਾਰ ਆਫ ਕਾਪੀਰਾਈਟਸ ਕੋਲੇ ਪਾਵਰ ਨਹੀਂ ਸੀਗੀ। ਅਸੀਂ ਉਸ ਪਾਵਰ ਮਤਲਬ ਉਹਦੀ ਪਾਵਰ ਨੂੰ ਜੋ ਕਾਪੀਰਾਈਟ ਐਕਟ ਦੇ ਵਿੱਚ ਨਿਰਧਾਰਿਤ ਨੇ ਉਹਨਾਂ ਨੂੰ ਅਸੀਂ ਚੈਲੰਜ ਕਰਦੇ ਹੋਏ ਹਾਈ ਕੋਰਟ ਦੇ ਵਿੱਚ ਆਏ ਸੀ ਕਿ ਹੀ ਹੈਡ ਨੋ ਪਾਵਰ ਟੂ ਇਸ਼ੂ ਸੱਚ ਅ ਨੋਟਿਸ। ਤੇ ਉਸ ਨੋਟਿਸ ਦੇ ਬੇਸਿਸ ਦੇ ਵਿੱਚ ਜਿੰਨੇ ਆ 5 ਸਟਾਰ ਹੋਟਲਸ ਨੇ ਜਾਂ ਇਹ ਮੈਰਿਜ ਪੈਲੇਸਿਸ ਨੇ, ਇਹਨਾਂ ਦੀ ਜਿਹੜੀਆਂ ਆਰਗੇਨਾਈਜੇਸ਼ਨਸ ਆ, ਉਹ ਇਸ ਨੋਟਿਸ ਦਾ ਨਾਜਾਇਜ਼ ਫਾਇਦਾ ਉਠਾ ਰਹੇ ਸੀਗੇ ਕਿ ਉਹ ਸਾਨੂੰ ਜਿੱਥੇ ਵੀ ਅਸੀਂ ਕਹਿੰਦੇ ਸੀਗੇ ਵੀ ਸਾਡੀ ਲਾਇਸੈਂਸ ਫੀਸ ਦਿਓ, ਉੱਥੇ ਉਹ ਮਨਾ ਕਰ ਦਿੰਦੇ ਸੀ ਕਿ ਦੇਖੋ ਜੀ ਸਾਡੇ ਕੋਲ ਨੋਟਿਸ ਹੈ। ਤੇ ਹਾਂ, ਤੇ ਉਸ ਨੋਟਿਸ ਦੇ ਬੇਸਿਸ ਤੇ ਸਾਡੇ ਉੱਤੇ ਪਰਚੇ ਦਰਜ ਹੋਏ। ਮਤਲਬ ਸਾਡੇ ਵਰਗੀ ਇੱਕ ਹੋਰ ਕੰਪਨੀ ਹੈ ਜਿਹਦਾ ਇੱਕ ਬੰਦਾ 1 ਮਹੀਨੇ ਜੇਲ੍ਹ 'ਚ ਰਹਿ ਕੇ ਆਇਆ, ਵੇਅਰਐਜ਼ ਉਹ ਐਜ਼ ਪਰ ਲਾਅ ਜੋ ਮਤਲਬ ਸਾਨੂੰ ਇੱਕ ਪਾਵਰ ਸੀਗੀ ਐਜ਼ ਅ ਕਾਪੀਰਾਈਟ ਓਨਰ ਕਿ ਮੈਂ ਆਪਣੇ ਇੰਟੈਲੈਕਚੁਅਲ ਪ੍ਰਾਪਰਟੀ ਦੇ ਲਈ ਮੈਂ ਪੈਸੇ ਕਿਸੇ ਤੋਂ ਲੈ ਸਕਦਾ ਹਾਂ, ਉਹਦੇ ਉੱਤੇ ਮੈਨੂੰ ਜੇਲ੍ਹ ਜਾਣਾ ਪੈ ਰਿਹਾ ਸੀਗਾ। ਸੋ ਇਟ ਹੈਡ ਕ੍ਰੀਏਟਡ ਅ ਲੋਟ ਆਫ ਪ੍ਰੋਬਲਮ ਥਰੂ ਆਊਟ ਇੰਡੀਆ। ਯਾਨੀ ਕਿ ਤੁਹਾਡੀ ਕੰਪਨੀ ਕੋਲ ਕਿੰਨੇ ਲੈਵਲਸ ਦੇ 뮤직 ਰਾਈਟ ਸੀਗੇ? ਸਾਡੀ ਕੰਪਨੀ ਬੇਸਿਕਲੀ ਮੈਰਿਜ ਫੰਕਸ਼ਨਸ ਤੇ ਇਹਨਾਂ ਵਿੱਚ ਡੀਲ ਕਰਦੀ ਸੀ, ਤਾਂ ਨੀਅਰ ਅਬਾਊਟ 8 to 9 ਕੰਪਨੀਜ਼ ਦੇ ਉਹਨਾਂ ਕੋਲ ਰਾਈਟ ਸੀਗੇ, ਕਾਪੀਰਾਈਟ ਅਸਾਈਨ ਹੀ ਸੀਗੇ ਉਹਨਾਂ ਦੇ। ਸੋ ਦੇ ਵਰ ਓਨਰਸ ਆਫ ਦੋਸ ਕਾਪੀਰਾਈਟ ਇੰਟੈਲੈਕਚੁਅਲ ਪ੍ਰਾਪਰਟੀ। ਜਸਦੀਪ ਜੀ, ਇੱਕ ਬੜਾ ਕਲੈਰਿਟੀ ਹੈ, ਹਾਲਾਂਕਿ ਨਿਊਜ਼ 18 ਨੇ ਪਹਿਲਾਂ ਵੀ ਕਲੈਰਿਟੀ ਕੀਤੀ ਹੈ ਕਿ ਘਰ 'ਚ ਜਿਹੜੇ ਫੰਕਸ਼ਨ ਹੈ ਉਹਨਾਂ ਵਿੱਚ ਲਾਗੂ ਨਹੀਂ ਹੋਏਗਾ, ਉੱਥੇ ਲਾਇਸੈਂਸ ਲੋੜ ਨਹੀਂ। ਬਿਲਕੁਲ ਤੁਸੀਂ ਸਹੀ ਦੱਸਿਆ ਜੀ। ਇਹ ਸਾਰੀ ਜਨਤਾ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਵੀ ਫੰਕਸ਼ਨ ਘਰ 'ਚ ਹੋ ਰਿਹਾ, ਨਾਨ ਕਮਰਸ਼ੀਅਲ ਸੈਟਿੰਗ 'ਚ ਹੋ ਰਿਹਾ, ਉਹਦੇ 'ਚ ਲਾਇਸੈਂਸ ਦੀ ਲੋੜ ਨਹੀਂ ਹੈ। ਪਰ ਜਿਹੜਾ ਫੰਕਸ਼ਨ ਤੁਸੀਂ ਇੱਕ ਕਮਰਸ਼ੀਅਲ ਸੈਟਿੰਗ 'ਚ ਕਰ ਰਹੇ ਹੋ, ਇੱਕ ਹੋਟਲ 'ਚ ਕਰ ਰਹੇ ਹੋ, ਬੈਂਕੁਏਟ ਹਾਲ 'ਚ ਕਰ ਰਹੇ ਹੋ, ਜਿੱਥੇ ਲੱਖਾਂ ਰੁਪਏ ਉਹ ਚਾਰਜ ਕਰ ਰਹੇ ਨੇ, ਉਹਦੇ ਵਾਸਤੇ ਉਹਨਾਂ ਨੂੰ ਲਾਇਸੈਂਸ ਲੈਣਾ ਪਊਗਾ। ਇਹ ਕੋਰਟ ਨੇ ਕਲੈਰੀਫਾਈ ਕੀਤਾ ਕਿ ਬੇਸਿਕਲੀ ਐਗਜ਼ੈਂਪਸ਼ਨ ਜਿਹੜੀ ਕਾਪੀਰਾਈਟ ਐਕਟ ਦੇ ਅੰਦਰ ਸੀਗੀ ਉਹ ਸੀਗੀ ਫੇਅਰ ਯੂਜ਼ ਲਈ। ਫੇਅਰ ਯੂਜ਼ ਦਾ ਮਤਲਬ ਹੁੰਦਾ ਹੈ ਕਿ ਨਾਨ ਕਮਰਸ਼ੀਅਲ, ਕਿ ਮੈਂ ਆਪਣੇ ਘਰ 'ਚ ਫੰਕਸ਼ਨ ਕਰ ਰਿਹਾ, ਮੈਂ ਕੋਈ ਪ੍ਰੋਫਿਟ ਨਹੀਂ ਗੇਨ ਕਰ ਰਿਹਾ। ਘਰ 'ਚ ਵੀ ਕਈ ਵਾਰ ਹੁੰਦਾ ਕਿ ਜਿੱਦਾਂ ਅਸੀਂ ਘਰ ਦੇ ਬਾਹਰ ਟੈਂਟ ਲਾ ਦਿੰਦੇ ਨੇ, ਉੱਥੇ ਵੀ ਜ਼ਰੂਰਤ ਨਹੀਂ। ਉੱਥੇ ਵੀ ਜ਼ਰੂਰਤ ਨਹੀਂ ਜੀ, ਪਰ ਜਿੱਥੇ ਹੀ ਕਮਰਸ਼ੀਅਲ ਸੈਟਿੰਗ ਆਉਂਦੀ ਹੈ ਜੀ, ਜਿੱਦਾਂ ਹੀ ਬੈਂਕਟ ਹੋਟਲ 5 ਸਟਾਰ ਹੋਟਲ ਨੇ ਜੀ, ਕਰੋੜ ਰੁਪਏ ਇੱਕ ਫੰਕਸ਼ਨ ਦਾ ਲੈਂਦੇ ਨੇ ਜੀ, ਸਾਡਾ 뮤직 ਉੱਥੇ ਉਹਨਾਂ ਦੀ ਉਹ ਐਂਬੀਐਂਸ 'ਚ ਐਡ ਕਰਦਾ। 뮤직 ਦੇ ਬੇਸ ਤੇ ਉਹ 5000 ਰੁਪਏ ਪਲੇਟ, 10000 ਰੁਪਏ ਪਲੇਟ ਚਾਰਜ ਕਰਦੇ ਨੇ। ਪਰ ਗੱਲ ਇਹ ਹੈ ਕਿ 뮤직 ਦੇ ਜਿਹੜੇ ਓਨਰ ਨੇ, ਕਾਪੀਰਾਈਟ ਓਨਰਸ ਨੇ, ਉਹਨਾਂ ਨੂੰ ਕੋਈ ਇਹਦਾ ਫਾਇਦਾ ਨਹੀਂ ਹੁੰਦਾ ਸੀਗਾ ਜੀ। ਤੇ ਇਹ ਇੱਕ ਹੋਰ ਗੱਲ ਹੈ, ਬੜਾ ਹੀ ਲੈਂਡਮਾਰਕ ਜਜਮੈਂਟ ਹੈ ਕਿ ਇੰਡੀਆ ਦੀ ਇੰਟਰਨੈਸ਼ਨਲ ਓਬਲੀਗੇਸ਼ਨਸ ਨੇ ਅੰਡਰ ਵੇਰੀਅਸ ਟ੍ਰੀਟੀਜ਼, ਇੰਟਰਨੈਸ਼ਨਲ ਟ੍ਰੀਟੀਜ਼ ਦੇ ਅਸੀਂ ਪਾਰਟ ਹੈਗੇ ਹਾਂ ਐਜ਼ ਬੀਇੰਗ ਅ ਰਿਸਪੌਂਸਿਬਲ ਕੰਟਰੀ। ਕਾਪੀਰਾਈਟ ਟ੍ਰੀਟੀਜ਼ ਨੇ, ਟ੍ਰੇਡਮਾਰਕ ਟ੍ਰੀਟੀਜ਼ ਨੇ, ਉਹਦੇ 'ਚ ਇਹ ਓਬਲੀਗੇਸ਼ਨ ਹੈ ਕਿ ਰਾਈਟਸ ਆਫ ਓਨਰਸ ਹੈਵ ਟੂ ਬੀ ਰੈਕਗਨਾਈਜ਼ਡ। ਤੇ ਉਹ ਰਾਈਟਸ ਨੂੰ ਇਹ ਨੋਟਿਸ ਡਿਫੀਟ ਕਰ ਰਿਹਾ ਸੀਗਾ। ਹੁਣ ਹਾਈ ਕੋਰਟ ਦਾ ਬੜਾ ਇੱਕ ਲੈਂਡਮਾਰਕ ਜਜਮੈਂਟ ਰਿਹਾ, ਐਪਲੀਕੇਬਲ ਆਲ ਅਕ੍ਰੋਸ ਇੰਡੀਆ, ਜਿਹਨੇ ਕਲੈਰੀਫਾਈ ਕੀਤਾ ਹੈ ਕਿ ਦੇयर इज नो ਬਲੈਂਕਟ ਐਗਜ਼ੈਂਪਸ਼ਨ। ਤੁਹਾਨੂੰ ਜੇ ਕਮਰਸ਼ੀਅਲ ਸੈਟਿੰਗ 'ਚ ਕਰ ਰਹੇ ਹੋ ਲਾਇਸੈਂਸ ਲੈਣਾ ਪਏਗਾ ਜੀ। ਤੇ ਹੁਣ ਗੱਲ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ, ਜਿਨ੍ਹਾਂ ਨੇ ਜ਼ਮੀਨ ਮਾਮਲੇ ਦੇ ਵਿੱਚ ਸਫਾਈ ਦਿੱਤੀ ਹੈ। ਜ਼ਮੀਨ ਦੇ ਝਗੜੇ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਹੈ ਕਿ ਮੈਂ ਭੋਲੇ ਨੂੰ ਜ਼ਮੀਨ ਠੇਕੇ ਤੇ ਦਿੱਤੀ ਸੀ। ਭੋਲੇ ਵੱਲੋਂ ਲਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਨੇ। ਭੋਲੇ ਨੇ ਦਰਅਸਲ ਆਪਣੇ ਭਰਾ ਤੇ ਜ਼ਮੀਨ ਦਾ ਕਬਜ਼ਾ ਕਰਨ ਦੇ ਇਲਜ਼ਾਮ ਲਾਏ ਸੀ, ਜਿਸ ਤੋਂ ਬਾਅਦ ਸਤਵਿੰਦਰ ਬੁੱਗਾ ਨੇ ਕਿਹਾ ਕਿ ਮੈਂ ਜ਼ਮੀਨ ਠੇਕੇ ਤੇ ਦਿੱਤੀ ਸੀ ਔਰ ਇਹ ਸਾਰੇ ਬੇਬੁਨਿਆਦ ਇਲਜ਼ਾਮ ਉਹਨਾਂ ਦੇ ਭਰਾ ਵੱਲੋਂ ਲਾਏ ਜਾ ਰਹੇ ਨੇ। ਭੋਲੇ ਨੇ ਮੇਰੀ ਜ਼ਮੀਨ ਜਿਹੜੀ ਹੈ ਉਹ 4 ਸਾਲ ਠੇਕੇ ਤੇ ਵਾਈ ਹੈ ਤੇ ਉਹਦਾ ਜੇ ਠੇਕਾ ਦੇਖਿਆ ਜਾਵੇ, ਜਿਹੜਾ ਕਿ ਮੇਰਾ ਹੱਕ ਹੈ ਲੈਣ ਦਾ, ਉਹ ਠੇਕਾ ਮੈਂ ਰਿਸ਼ਤੇਦਾਰਾਂ ਨੂੰ ਕਿਹਾ ਕਿ ਮੇਰਾ ਤੁਸੀਂ ਇਹ ਠੇਕਾ ਜਿਹੜਾ ਹੈ ਉਹ ਦਬਾ ਦਿਓ। ਇਹਨੇ ਉਹ ਠੇਕਾ ਦੇਣ ਤੋਂ ਆਨਾਕਾਨੀ ਕਰਦਾ ਰਿਹਾ, ਜਾਂ ਇਹ ਕਹ ਲਓ ਵੀ ਟਾਲ ਮਟੋਲ ਕਰਦਾ ਰਿਹਾ। ਹੁਣ ਤਾਂ ਮੈਂ ਐਗਰੀਮੈਂਟ ਦੇ ਵਿੱਚ ਵੀ ਕਿਹਾ ਵੀ ਮੈਂ ਤਾਂ ਇੰਨੇ ਪੈਸੇ ਪਹਿਲਾਂ ਦਊਂਗਾ, ਫਿਰ ਇੰਨੇ ਦਾ ਚੈੱਕ ਦਊਂਗਾ, ਕੁਝ ਨਹੀਂ ਹੋਇਆ। ਉਲਟਾ ਜੇ ਮੈਂ ਉਹਨਾਂ ਸਾਲਸਾਂ ਨੂੰ ਕਿਹਾ ਕਿ ਮੇਰੇ ਪੈਸੇ ਤੁਸੀਂ ਦਵਾਓ, ਕਹਿੰਦੇ ਉਹ ਕਹਿੰਦਾ ਵੀ ਮੈਂ ਨਹੀਂ ਦੇਣੇ, ਜੋ ਮਰਜ਼ੀ ਕਰ ਲਓ। ਸੋ ਮੈਂ ਤਾਂ ਕੁਝ ਨਹੀਂ ਕਰ ਸਕਦਾ, ਮੈਂ ਇੱਕ ਕਲਾਕਾਰ।
ਤਾਂ ਇਹ ਦੋ ਭਰਾਵਾਂ ਦਾ ਦਰਅਸਲ ਜ਼ਮੀਨ ਦਾ ਮਸਲਾ ਹੈ। ਸਤਵਿੰਦਰ ਬੁੱਗਾ ਦੇ ਭਰਾ ਨੇ ਇਲਜ਼ਾਮ ਲਾਏ ਕਿ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ, ਜਿਸ ਤੋਂ ਬਾਅਦ ਸਤਵਿੰਦਰ ਬੁੱਗਾ ਹੁਣ ਸਾਹਮਣੇ ਆਏ ਨੇ ਕਿ ਮੈਂ 4 ਸਾਲ ਤੋਂ ਆਪਦੇ ਭਰਾ ਨੂੰ ਜ਼ਮੀਨ ਠੇਕੇ ਤੇ ਦਿੱਤੀ ਸੀ ਔਰ ਮੈਨੂੰ ਠੇਕਾ ਵੀ ਨਹੀਂ ਦਿੱਤਾ ਗਿਆ। ਮੈਂ ਰਿਸ਼ਤੇਦਾਰਾਂ ਨੂੰ ਵੀ ਵਿੱਚ ਪਾਇਆ, ਉਹਨਾਂ ਨੇ ਵੀ ਇਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਨਹੀਂ ਹੋਇਆ ਤਾਂ ਫਿਰ ਜ਼ਮੀਨ ਵਾਪਸ ਲੈ ਲਈ। ਜ਼ਮੀਨ ਕਬਜ਼ਾਉਣ ਦੇ ਜਿਹੜੇ ਇਲਜ਼ਾਮ ਨੇ ਉਹ ਸਰਾਸਰ ਬੇਬੁਨਿਆਦ ਨੇ। ਸਤਵਿੰਦਰ ਬੁੱਗਾ ਇਹ ਚੀਜ਼ ਸਪਸ਼ਟ ਤੌਰ ਤੇ ਕਹਿ ਰਹੇ ਨੇ ਕਿ ਮੇਰੀ ਆਪਣੀ ਜ਼ਮੀਨ ਹੈ ਔਰ ਮੈਂ ਆਪਣੇ ਭਰਾ ਨੂੰ ਠੇਕੇ ਤੇ ਦਿੱਤੀ ਸੀ, ਪਰ ਉਹ ਮੈਨੂੰ ਇਸ ਦਾ ਠੇਕਾ ਵੀ ਨਹੀਂ ਦੇ ਰਿਹਾ ਸੀ। ਤੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ, ਛੋਟਾ ਜਿਹਾ ਕਮਰਸ਼ੀਅਲ ਬ੍ਰੇਕ। ਪਹਿਲੀ ਵਾਰ ਸਭ ਤੋਂ ਵੱਡੇ ਮੰਚ ਤੇ ਪੰਜਾਬ ਦੀ ਸਮੁੱਚੀ ਵਜ਼ਾਰਤ ਜਲਦ ਆ ਰਹੇ ਹਨ ਸਿਰਫ ਨਿਊਜ਼ 18 ਪੰਜਾਬ ਤੇ।